ਹੈਲੋ ਪਿਆਰੇ ਬੱਚਿਓ, ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡੇ ਆਪਣੇ ਚੈਨਲ ਆਈ ਥਿੰਕ ਵਿੱਚ ਮੈਂ ਤੁਹਾਡਾ ਆਪਣਾ ਅਧਿਆਪਕ ਕਸ਼ਮੀਰ ਸਿੰਘ ਲੈ ਕੇ ਆਇਆ ਹਾਂ। ਇੱਕ ਨਵੀਂ ਵੀਡੀਓ, ਇੱਕ ਨਵੇਂ ਵਿਸ਼ੇ ਦੇ ਉੱਪਰ, ਜੋ ਵਿਸ਼ਾ ਕਾਫੀ ਸਮੇਂ ਤੋਂ ਅਣਛੋਹਿਆ ਸੀ, ਅਸੀਂ ਇਸ ਵਿਸ਼ੇ ਨੂੰ ਟੱਚ ਨਹੀਂ ਸੀ ਕੀਤਾ। ਆਓ ਇਸ ਦੀ ਅੱਜ ਸ਼ੁਰੂਆਤ ਕਰਦੇ ਹਾਂ। ਅਸੀਂ ਪਿਛਲੇ ਕੁਝ ਸਮੇਂ ਤੋਂ ਸਾਰੇ ਅਧਿਆਪਕ ਮਿਲ ਕਰਕੇ ਕੋਸ਼ਿਸ਼ ਕਰ ਰਹੇ ਸੀ ਕਿ ਇਸ ਨੂੰ ਸ਼ੁਰੂ ਕੀਤਾ ਜਾਵੇ। ਲੇਟ ਹੋ ਗਏ ਹਾਂ, ਮਾਫੀ ਚਾਹੁੰਦੇ ਹਾਂ। ਕਾਰਨ ਇਹ ਸੀ ਕਿ ਬਹੁਤ ਸਾਰੇ ਸਕੂਲ ਦੇ ਰੁਝੇਵੇਂ, ਤੁਹਾਡੇ ਬਹੁਤ ਸਾਰੇ ਸਬਜੈਕਟਸ ਨਾਲ ਤਿਆਰ ਕਰਕੇ ਤੁਹਾਨੂੰ ਪੁੱਛਦਾ ਕਰਨੇ ਹੁੰਦੇ ਨੇ। ਸੋ ਅੱਜ ਸਾਡਾ ਟਾਈਮ ਲੱਗਾ ਕਿ ਅਸੀਂ ਇਸ ਵਿਸ਼ੇ ਨੂੰ ਛੂਹੀਏ। ਆਓ ਇਸ ਵਿਸ਼ੇ ਸੰਬੰਧੀ ਗੱਲ ਕਰਦੇ ਹਾਂ। ਇਸ ਵਿਸ਼ੇ ਦਾ ਨਾਂ ਹੈ ਸਵਾਗਤ ਜ਼ਿੰਦਗੀ। ਤੋਂ ਬੱਚੇ ਸਿਆਣੇ ਨੇ, 4th ਕਲਾਸ ਵੱਡੀ ਹੁੰਦੀ ਹੈ। ਬੱਚੇ ਖੁਦ ਸੋਚ ਕੇ ਦੇਖੋ ਕਿ ਸਵਾਗਤ ਜ਼ਿੰਦਗੀ ਦਾ ਕੀ ਮਤਲਬ ਹੁੰਦਾ ਹੈ। ਸੋਚੋ। ਅੱਛਾ ਬੇਟਾ, ਸਵਾਗਤ ਕੀ ਹੁੰਦਾ ਹੈ? ਸਾਰੇ ਬੱਚੇ ਜਾਣਦੇ ਆ ਕਿ ਨਹੀਂ? ਹਾਂ, ਸਵਾਗਤ ਹੁੰਦਾ ਜਦੋਂ ਅਸੀਂ ਕਿਸੇ ਦਾ ਵੈਲਕਮ ਕਰਦੇ ਹਾਂ। ਅਤੇ ਵੈਲਕਮ ਕਦੋਂ ਕਰਦੇ ਹਾਂ? ਜਦੋਂ ਸਾਡੇ ਘਰ 'ਚ ਆਉਂਦਾ, ਸਾਡੇ ਸਕੂਲ 'ਚ ਆਉਂਦਾ, ਸਾਡੇ ਕੋਲ ਆਉਂਦਾ। ਮਾਸੀ, ਨਾਨੀ, ਭੂਆ, ਮਾਮਾ ਜੀ ਜਦੋਂ ਸਾਡੇ ਕੋਲ ਆਉਂਦੇ ਨੇ, ਕੋਈ ਪ੍ਰਾਹੁਣਾ ਆਉਂਦਾ ਹੈ, ਕੋਈ ਦੋਸਤ ਮਿੱਤਰ ਆਉਂਦਾ, ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਲੇਕਿਨ ਬੇਟਾ, ਇੱਥੇ ਗੱਲ ਹੋ ਰਹੀ ਹੈ ਜ਼ਿੰਦਗੀ ਦਾ ਸਵਾਗਤ ਕਰਨ ਦੀ। ਸੋ ਅਸੀਂ ਜ਼ਿੰਦਗੀ ਦਾ ਸਵਾਗਤ ਕਿਉਂ ਕਰੀਏ? ਕਿਉਂ ਕਰਨਾ ਚਾਹੀਦਾ ਹੈ? ਜ਼ਿੰਦਗੀ ਦਾ ਸਵਾਗਤ ਕੀ ਹੁੰਦਾ ਹੈ? ਸੋ ਬੇਟਾ, ਜ਼ਿੰਦਗੀ ਦਾ ਸਵਾਗਤ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜ਼ਿੰਦਗੀ ਜਿਹੜੀ ਹੈ ਬੜੀ ਅਨਮੋਲ ਹੈ। ਜ਼ਿੰਦਗੀ ਬੇਸ਼ਕੀਮਤੀ ਹੈ, ਜਿਸ ਦੀ ਕੋਈ ਕੀਮਤ ਨਹੀਂ। ਇਸ ਗੱਲ ਦਾ ਅੰਦਾਜ਼ਾ ਬੇਟਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਰੱਬ ਨਾ ਕਰੇ ਕੋਈ ਜਦੋਂ ਬਿਮਾਰ ਪੈ ਜਾਂਦਾ ਹੈ, ਕੋਈ ਸੀਰੀਅਸ ਹੋ ਜਾਂਦਾ ਹੈ, ਤਾਂ ਅਸੀਂ ਡਾਕਟਰ ਸਾਹਿਬ ਨੂੰ ਵੱਡੀ ਤੋਂ ਵੱਡੀ ਫੀਸ ਦੇ ਕੇ ਵੀ ਆਪਣੀ ਜਾਂ ਆਪਣੇ ਪਿਆਰਿਆਂ ਦੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਜ਼ਿੰਦਗੀ ਅਨਮੋਲ ਹੈ, ਕੀਮਤੀ ਹੈ, ਬੇਸ਼ਕੀਮਤੀ ਹੈ, ਜਿਸ ਦੀ ਕੋਈ ਕੀਮਤ ਨਹੀਂ। ਸੋ ਇਸ ਜ਼ਿੰਦਗੀ ਨੂੰ ਬਚਾ ਕੇ ਰੱਖਣ ਲਈ, ਸਵੱਛ ਰੱਖਣ ਲਈ ਸਾਨੂੰ ਯਤਨ ਤਾਂ ਕਰਨੇ ਹੀ ਪੈਣਗੇ ਨਾ ਫਿਰ। ਕਿਉਂਕਿ ਜਿਹੜੀ ਚੀਜ਼ ਕੀਮਤੀ ਹੋਵੇ, ਸਾਨੂੰ ਉਸ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ। ਹੱਥ ਵਿੱਚ ਪਾਈ ਹੋਈ ਅੰਗੂਠੀ ਦੀ ਅਸੀਂ ਕਿਵੇਂ ਸੰਭਾਲ ਕਰਦੇ ਹਾਂ? ਬਾਰ-ਬਾਰ ਉਸ ਨੂੰ ਦੇਖਦੇ ਹਾਂ ਕਿਤੇ ਗਵਾਚ ਨਾ ਜਾਏ। ਇਸੇ ਤਰ੍ਹਾਂ ਹੀ ਜ਼ਿੰਦਗੀ ਹੈ। ਅਸੀਂ ਉਸ ਦੀ ਅਗਰ ਜ਼ਿੰਦਗੀ ਦੀ ਕੀਮਤ ਦੀ ਰਾਖੀ ਨਹੀਂ ਕਰਾਂਗੇ, ਜ਼ਿੰਦਗੀ ਦੀ ਰਾਖੀ ਨਹੀਂ ਕਰਾਂਗੇ, ਤਾਂ ਜ਼ਿੰਦਗੀ ਜਿਹੜੀ ਹੈ ਸਾਡੇ ਹੱਥੋਂ ਫਿਸਲ ਜਾਏਗੀ। ਮਤਲਬ ਅਸੀਂ ਬਿਮਾਰ ਹੋ ਜਾਵਾਂਗੇ, ਤੰਦਰੁਸਤ ਨਹੀਂ ਰਹਾਂਗੇ। ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਲਈ ਆਪਣੀ ਸਿਹਤ ਦੀ ਜਾਂਚ ਪੜਤਾਲ ਰੱਖਣੀ ਚਾਹੀਦੀ ਹੈ, ਸਾਫ਼ ਸਫਾਈ ਰੱਖਣੀ ਚਾਹੀਦੀ ਹੈ, ਸਮੇਂ ਸਮੇਂ 'ਤੇ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਆਓ ਕੁਛ ਕਿਰਿਆਵਾਂ ਨੇ ਜਿਨ੍ਹਾਂ ਨੂੰ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਹੋਰ ਵੀ ਨੇੜੇ ਹੋ ਸਕਦੇ ਹਾਂ, ਉਸ ਨੂੰ ਸਵੱਛ ਬਣਾ ਸਕਦੇ ਹਾਂ, ਤੰਦਰੁਸਤ ਰਹਿ ਸਕਦੇ ਹਾਂ। ਸੋ ਸਵੱਛਤਾ ਪਹਿਲਾ ਨਿਯਮ ਹੈ। ਤੁਹਾਡੇ ਪਾਠ ਦਾ ਪਹਿਲਾ ਹੈਡਿੰਗ ਵੀ ਹੋਈ ਹੈ, ਸਿਹਤ ਅਤੇ ਸਵੱਛਤਾ। ਸੋ ਸਿਹਤ, ਸਾਰਿਆਂ ਨੂੰ ਪਤਾ ਹੈ ਕਿ ਸਾਡੀ ਸਿਹਤ ਜਿਹੜੀ ਹੈ, ਸਰੀਰ ਜਿਹੜਾ ਹੈ ਉਸ ਨੂੰ ਸਿਹਤ ਕਹਿੰਦੇ ਨੇ। ਤੰਦਰੁਸਤ ਸਰੀਰ ਜਿਹੜਾ ਉਸ ਨੂੰ ਸਿਹਤ ਕਹਿੰਦੇ ਨੇ। ਅਤੇ ਸਵੱਛਤਾ ਕੀ ਹੁੰਦੀ ਹੈ? ਸਫਾਈ ਹੁੰਦੀ ਹੈ। ਸਵੱਛ ਤੋਂ ਬਣਿਆ, ਸਵੱਛ ਹੁੰਦਾ ਹੈ ਸਾਫ਼, ਅਤੇ ਸਵੱਛਤਾ ਮੀਨ ਸਫਾਈ। ਸੋ ਸਿਹਤ ਦੀ ਸਫਾਈ ਜਿਹੜੀ ਹੈ ਬੜੀ ਜ਼ਰੂਰੀ ਹੈ। ਸੋ ਆਓ ਇਸ ਪਾਠ ਵਿੱਚ ਅਸੀਂ ਸਵਾਗਤ ਜ਼ਿੰਦਗੀ ਦਾ ਸਵਾਗਤ ਕਰਦੇ ਹਾਂ। ਤੁਹਾਡਾ ਵੀ ਸਵਾਗਤ ਕਰਦੇ ਹਾਂ, ਅਤੇ ਇਸ ਪਾਠ ਦਾ ਵੀ ਸਵਾਗਤ ਕਰਦੇ ਹਾਂ, ਇਸ ਵਿਸ਼ੇ ਦਾ ਵੀ ਸਵਾਗਤ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸਵੱਛਤਾ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਹੁੰਦੀਆਂ ਨੇ। ਸਵੱਛਤਾ ਦੇ ਵਿੱਚ ਬੇਟਾ ਦੋ ਗੱਲਾਂ ਨੇ। ਇੱਕ ਤਾਂ ਸਾਫ਼ ਸਫਾਈ ਤਾਂ ਹੋਣੀ ਚਾਹੀਦੀ ਹੈ, ਜਿਵੇਂ ਮੈਂ ਹੁਣੇ ਉੱਪਰ ਦੱਸ ਕੇ ਆਇਆ ਕਿ ਸਵੱਛਤਾ ਦੇ ਵਿੱਚ ਦੋ ਚੀਜ਼ਾਂ ਨੇ। ਇੱਕ ਤਾਂ ਸਾਫ਼ ਸਫਾਈ ਹੋਣੀ ਚਾਹੀਦੀ ਹੈ, ਔਰ ਦੂਸਰਾ ਰੋਗ ਰਹਿਤ ਹੋਣ ਦੀ ਸਥਿਤੀ, ਜਦੋਂ ਸਾਨੂੰ ਕੋਈ ਵੀ ਬਿਮਾਰੀ ਨਾ ਹੋਵੇ,
ਸਾਡਾ ਸਰੀਰ ਬਿਲਕੁਲ ਅਰੋਗ ਹੋਵੇ, ਆਰੋਗ ਹੋਵੇ, ਆਰੋਗ ਹੋਵੇ। ਰੋਗ ਅਤੇ ਅਰੋਗ 'ਚ ਫਰਕ ਹੁੰਦਾ ਬੇਟਾ, ਯਾਦ ਰੱਖਣਾ। ਰੋਗ ਉਹ ਹੈ ਜੇ ਸਾਡੇ ਸਰੀਰ ਨੂੰ ਕੋਈ ਬਿਮਾਰੀ ਹੋਵੇ, ਕੋਈ ਦੁੱਖ ਤਕਲੀਫ ਹੋਵੇ, ਸਾਡਾ ਸਰੀਰ ਬਿਮਾਰ ਹੋਵੇ, ਬੁਖਾਰ ਹੋਵੇ, ਸਾਡੇ ਸਰੀਰ ਨੂੰ ਕੋਈ ਅੰਦਰੂਨੀ ਪ੍ਰੋਬਲਮ ਹੋ ਸਕਦੀ ਹੈ, ਉਸਨੂੰ ਰੋਗ ਕਹਿੰਦੇ ਆ। ਆਰੋਗ ਮਤਲਬ ਸਾਡੇ ਸਰੀਰ ਨੂੰ ਕੋਈ ਵੀ ਰੋਗ ਨਾ ਹੋਵੇ, ਕੋਈ ਵੀ ਬਿਮਾਰੀ ਨਾ ਹੋਵੇ। ਸੋ ਸਵੱਛਤਾ ਦੀਆਂ ਦੋ ਨਿਸ਼ਾਨੀਆਂ ਨੇ, ਇੱਕ ਤੇ ਸਾਫ ਸਫਾਈ ਹੁੰਦੀ ਹੈ, ਠੀਕ ਹੈ ਬੇਟਾ, ਇੱਕ ਤੇ ਸਾਫ ਸਫਾਈ ਹੈ ਨਿਸ਼ਾਨੀ ਇਹਦੀ ਸਵੱਛਤਾ ਦੀ। ਦੂਸਰਾ ਜਿਹੜਾ ਹੈ ਰੋਗ ਰਹਿਤ ਜਿਹੜਾ ਹੈ ਸਾਡਾ ਸਰੀਰ ਰਵੇ, ਰੋਗ ਰਹਿਤ ਹੋਣ ਦੀ ਸਥਿਤੀ ਨੂੰ ਅਸੀਂ ਸਵੱਛਤਾ ਕਹਿੰਦੇ ਹਾਂ। ਠੀਕ ਹੈ, ਪਤਾ ਲੱਗ ਗਿਆ। ਇਸ ਤੋਂ ਅੱਗੇ ਇੱਕ ਚੱਕਰ ਦੇਖਦੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਵੱਛਤਾ ਇੱਕ ਸੁਰੱਖਿਆ ਚੱਕਰ ਹੁੰਦਾ ਹੈ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਜੇਕਰ ਅਸੀਂ ਸਵੱਛ ਰਵਾਂਗੇ, ਸਾਫ਼ ਰਵਾਂਗੇ, ਸਿੱਧਾ ਹੀ ਕਹਿਣ ਦਾ ਭਾਵ, ਕਨਫਿਊਜ਼ ਨਹੀਂ ਹੋਣਾ, ਸਵੱਛਤਾ ਤੋਂ ਭਾਵ ਸਾਫ਼ ਸਫਾਈ ਰੱਖਣੀ। ਅਗਰ ਅਸੀਂ ਸਾਫ਼ ਸਫਾਈ ਰੱਖਾਂਗੇ, ਸਾਫ਼ ਹੋਵਾਂਗੇ ਤਾਂ ਇੱਕ ਇਹੋ ਜਿਹਾ ਚੱਕਰ ਹੈ ਜਿਹੜਾ ਸਾਨੂੰ ਸਦਾ ਹੀ ਜਿਹੜਾ ਹੈ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਸੋ ਸਾਫ਼ ਸਫਾਈ ਤਾਂ ਅਸੀਂ ਕਰਾਂਗੇ, ਲੇਕਿਨ ਆਪਾਂ ਇਸ ਚੱਕਰ ਨੂੰ ਸਮਝ ਲਈਏ ਕਿ ਸਾਫ਼ ਸਫਾਈ ਕਿਵੇਂ ਰੱਖਣੀ ਹੈ, ਕਿੱਥੋਂ ਸ਼ੁਰੂ ਕਰਨੀ ਹੈ। ਤਾਂ ਸਾਫ਼ ਸਫਾਈ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਬੇਟਾ ਮੈਂ ਕਿਸੇ ਨੂੰ ਨਹੀਂ ਕਹਾਂਗਾ ਕਿ ਤੂੰ ਸਫਾਈ ਰੱਖ, ਤੂੰ ਸਫਾਈ ਕਰ, ਤੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖ, ਤੂੰ ਆਪਣੀ ਸਫਾਈ ਰੱਖ। ਨਹੀਂ, ਸਭ ਤੋਂ ਪਹਿਲਾਂ ਮੈਂ ਖੁਦ ਆਪਣੇ ਆਪ ਨੂੰ ਮਨਾਵਾਂਗਾ ਕਿ ਮੈਂ ਆਪਣੇ ਆਪ ਨੂੰ ਸਾਫ਼ ਰੱਖਣਾ ਹੈ। ਇਸ ਤੋਂ ਬਾਅਦ ਜਦੋਂ ਮੈਂ ਆਪਣੇ ਆਪ ਦੀ ਸਫਾਈ ਰੱਖਾਂਗਾ, ਫਿਰ ਮੇਰਾ ਆਏਗਾ ਘਰ, ਫਿਰ ਮੈਂ ਆਪਣੇ ਘਰ ਦੀ ਸਫਾਈ ਜਿਹੜੀ ਹੈ ਉਸ ਵੱਲ ਧਿਆਨ ਦੇਵਾਂਗਾ। ਜਿੱਥੇ ਕੂੜਾ ਕਰਕਟ ਖਿਲ ਰਿਹਾ ਹੋਏਗਾ ਉਸ ਨੂੰ ਸਾਫ਼ ਕਰਾਂਗਾ। ਪਹਿਲਾਂ ਮੈਂ ਆਪਣੀ ਸਫਾਈ ਰੱਖਾਂਗਾ, ਆਪਣਾ ਮੂੰਹ ਕੱਜਾਂਗਾ, ਉਸ ਤੋਂ ਬਾਅਦ ਫਿਰ ਮੈਂ ਆਪਣੇ ਘਰ ਦੀ ਸਫਾਈ ਵੱਲ ਧਿਆਨ ਦੇਵਾਂਗਾ। ਫਿਰ ਇਸ ਤੋਂ ਬਾਅਦ ਤੀਸਰੇ ਚੱਕਰ ਦੀ ਗੱਲ ਆਉਂਦੀ ਹੈ। ਇਹ ਚੱਕਰ ਬੇਟਾ ਯਾਦ ਰੱਖਣੇ ਨੇ। ਇਹ ਨਹੀਂ ਕਿ ਦੂਸਰੇ ਨੂੰ ਕਹਿਣਾ ਸਫਾਈ ਕਰ, ਸਭ ਤੋਂ ਪਹਿਲਾਂ ਆਪਣੀ ਸਫਾਈ, ਫਿਰ ਮੈਂ ਆਪਣੇ ਘਰ ਦੀ ਸਫਾਈ ਕਰਾਂਗਾ। ਉਸ ਤੋਂ ਬਾਅਦ ਮੈਂ ਸਫਾਈ ਕਰ ਲਈ ਹੈ, ਮੈਂ ਆਪਣੇ ਘਰ ਦੀ ਵੀ ਕਰ ਲਈ ਹੈ, ਫਿਰ ਮੈਂ ਆਪਣੀ ਗਲੀ ਵਿੱਚ ਦੇਖਾਂਗਾ ਕਿ ਗੰਦ ਤਾਂ ਨਹੀਂ ਪਿਆ, ਕੂੜਾ ਕਰਕਟ ਤਾਂ ਨਹੀਂ ਪਿਆ। ਫਿਰ ਉਸ ਤੋਂ ਬਾਅਦ ਜੇ ਇਸ ਤਰ੍ਹਾਂ ਮੈਂ ਕਰਨ ਲੱਗਾ ਜਾਂ ਸਾਰੇ ਕਰਨ ਲੱਗ ਪੈਣ ਤਾਂ ਆਪਣੇ ਆਪ ਹੀ ਇਹਦੇ ਵਿੱਚ ਮੇਰਾ ਪਿੰਡ ਵੀ ਆ ਜਾਏਗਾ, ਮੇਰਾ ਸ਼ਹਿਰ ਵੀ ਆ ਜਾਏਗਾ। ਕਿਉਂਕਿ ਸਾਰੇ ਜਦੋਂ ਆਪਾਂ ਆਪਣੀ ਗਲੀ ਦੀ ਸਫਾਈ ਰੱਖਣ ਲੱਗ ਪੈਣਗੇ ਤਾਂ ਪਿੰਡ ਦੀ ਸਫਾਈ ਹੋ ਜਾਏਗੀ। ਜਦੋਂ ਸਾਰੇ ਪਿੰਡ ਮਿਲ ਕੇ ਇਸ ਤਰ੍ਹਾਂ ਕਰਨ ਲੱਗ ਪੈਣਗੇ ਤਾਂ ਸਾਰੇ ਸ਼ਹਿਰਾਂ 'ਚ ਸਫਾਈ ਹੋਏਗੀ। ਅਤੇ ਜਦੋਂ ਸਾਰੇ ਸ਼ਹਿਰ ਇਸ ਤਰ੍ਹਾਂ ਕਰਨ ਲੱਗ ਪੈਣਗੇ ਤਾਂ ਸਾਰੇ ਸਾਡੇ ਦੇਸ਼ ਵਿੱਚ ਜਿਹੜਾ ਹੈ ਸਵੱਛਤਾ ਪਸਰ ਜਾਵੇਗੀ। ਤੁਹਾਨੂੰ ਯਾਦ ਹੋਏਗਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਸਵੱਛਤਾ ਦੀ ਜਿਹੜੀ ਹੈ ਇੱਕ ਕੜੀ ਚਲਾਈ ਸੀ, ਜਿਸ ਦੇ ਵਿੱਚ ਲਗਾਤਾਰ ਸਫਾਈ ਰੱਖਣ ਦੀ ਮੁਹਿੰਮ ਜਿਹੜੀ ਉਹ ਰੱਖੀ ਗਈ ਸੀ। ਸਾਡੇ ਸਕੂਲਾਂ ਵਿੱਚ ਵੀ ਇਹ ਮੁਹਿੰਮ ਚੱਲੀ ਸੀ। ਇਸ ਤੋਂ ਅੱਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਕਿ 3 ਪੜਾਅ ਪਾਰ ਕਰਨ ਤੋਂ ਬਾਅਦ ਫਿਰ ਸਾਰੇ ਅਸੀਂ ਗਲੀ ਗਵਾਂਢ ਤੱਕ ਸਫਾਈ ਹੋ ਹੀ ਜਾਏਗੀ, ਪਿੰਡਾਂ 'ਚ ਸਫਾਈ ਹੋ ਜਾਏਗੀ, ਸ਼ਹਿਰਾਂ 'ਚ ਹੋ ਜਾਏਗੀ, ਰਾਜਾਂ 'ਚ, ਸੂਬੇ 'ਚ, ਸਾਰੇ ਦੇਸ਼ 'ਚ ਹੋ ਜਾਏਗੀ। ਇਸੇ ਤਰ੍ਹਾਂ ਹੀ ਫਿਰ ਅਗਲੀ ਵਾਰੀ ਜਿਹੜੀ ਆਏਗੀ ਉਹ ਸਾਡੇ ਆਲੇ ਦੁਆਲੇ 'ਚ ਪਾਲਤੂ ਜਾਨਵਰਾਂ ਦੀ, ਤਲਾਬਾਂ ਦੀ, ਠੀਕ ਹੈ ਨਾ, ਟੋਭੇ ਨਦੀਆਂ ਨਾਲਿਆਂ ਦੀ ਜਿਹੜੀ ਹੈ ਉਹ ਗੱਲ ਆਏਗੀ, ਫਿਰ ਉਹ ਸਫਾਈ ਦੀ ਗੱਲ ਚੱਲੇਗੀ। ਸੋ ਇਹ ਸਰਕਲ ਯਾਦ ਰੱਖਣਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈ ਮੈਂ ਆਪਣੀ ਸਫਾਈ ਰੱਖਾਂਗਾ, ਫਿਰ ਉਸ ਤੋਂ ਬਾਅਦ ਜਿਹੜਾ ਹੈ ਮੈਂ ਆਪਣੇ ਘਰ ਦੀ ਸਫਾਈ ਕਰਨੀ ਹੈ, ਉਸ ਤੋਂ ਬਾਅਦ ਆਪਣੀ ਗਲੀ ਦੀ, ਆਂਢ ਗੁਆਂਢ ਦੀ, ਫਿਰ ਜਿਹੜਾ ਹੈ ਸਾਡੇ ਸਾਰੇ ਦੇਸ਼ ਵਿੱਚ ਇਹ ਸਫਾਈ ਦੀ ਮੁਹਿੰਮ ਚੱਲਣੀ ਚਾਹੀਦੀ ਹੈ। ਸਾਰਾ ਦੇਸ਼ ਸਵੱਛ ਹੋਏਗਾ। ਉਸ ਤੋਂ ਬਾਅਦ ਫਿਰ ਨਦੀਆਂ, ਤਲਾਬ, ਪਸ਼ੂਆਂ, ਜੰਗਲੀ ਜਾਨਵਰਾਂ ਨੂੰ ਵੀ ਅਸੀਂ ਸਵੱਛ ਕਰਨ ਦੀ ਮੁਹਿੰਮ ਚਲਾ ਸਕਦੇ ਹਾਂ। ਸੋ ਇਹ ਸੀ ਅੱਜ ਦਾ ਸ਼ੁਰੂਆਤੀ ਟੌਪਿਕ। ਸ਼ੁਰੂ ਦੇ ਵਿੱਚ ਅਸੀਂ ਸਵਾਗਤ ਜ਼ਿੰਦਗੀ ਬਾਰੇ ਜਾਣਿਆ ਕਿ ਸਵਾਗਤ ਜ਼ਿੰਦਗੀ ਕੀ ਹੈ। ਉਸ ਤੋਂ ਬਾਅਦ ਅਸੀਂ ਜਾਣਿਆ ਕਿ ਸਵੱਛਤਾ ਕੀ ਹੈ, ਕਿਵੇਂ ਰੱਖਣੀ ਹੈ, ਸਵੱਛਤਾ ਦੇ ਕਿਹੜੇ ਨਿਯਮ ਹੁੰਦੇ ਨੇ। ਉਸ ਤੋਂ ਬਾਅਦ ਅਸੀਂ ਜਾਣਿਆ ਕਿ ਸਫਾਈ ਨੂੰ ਕਿੱਦਾਂ ਸ਼ੁਰੂ ਕਰਨਾ ਹੈ, ਕਿੱਥੋਂ ਸ਼ੁਰੂ ਕਰਨੀ ਹੈ ਅਤੇ ਕਿੱਥੋਂ ਤੱਕ ਜਾਂਦੀ ਹੈ।
ਸੋ ਇਸ ਟੌਪਿਕ ਨੂੰ ਪੜ੍ਹਿਓ, ਇਸ ਨੂੰ ਜ਼ਿੰਦਗੀ ਵਿੱਚ ਢਾਲਣਾ ਹੈ ਤਾਂ ਕਿ ਅਸੀਂ ਆਪਣੇ ਆਪ ਦੀ ਸਫਾਈ ਜਿੱਥੇ ਰੱਖ ਸਕੀਏ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ, ਉੱਥੇ ਸਾਰੇ ਆਪਣੇ ਦੇਸ਼ ਲਈ ਵੀ ਇੱਕ ਸਵੱਛ ਮਾਹੌਲ ਜਿਹੜਾ ਉਹਦਾ ਪੁਨਰਗਠਨ ਕਰ ਸਕੀਏ, ਉਸ ਦਾ ਨਿਰਮਾਣ ਕਰ ਸਕੀਏ। ਸੋ ਅਗਲੀ ਵੀਡੀਓ ਦੇ ਵਿੱਚ ਇਸ ਟੌਪਿਕ ਨੂੰ ਅੱਗੇ ਲੈ ਕੇ ਚੱਲਾਂਗੇ। ਆਪਣਾ ਧਿਆਨ ਰੱਖਿਓ, ਸਫਾਈ ਰੱਖਿਓ, ਸਵੱਛਤਾ ਰੱਖਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।